हाँ जी प्यारे बच्चों, सब तो पहले तो मेरे वालों आप सब नूं प्यार भरी सत श्री अकाल। इस वीडियो दे विच अज असीं 7th क्लास का करांगे अभ्यास नंबर 4.1। 7th क्लास का अध्याय नंबर 4 है, 4.1 एक्सरसाइज करांगे। इसका जो फस्ट पार्ट है वो सानूं एक सारनी बना के दित्ती हुई हैगी। उस सारनी नूं सॉल्व करदे हां असीं पहलां। ਉਹਦੇ ਵਿੱਚ ਜਿਵੇਂ ਪਹਿਲਾਂ ਤਾਂ ਇੱਕ ਸਾਨੂੰ ਸਮੀਕਰਨ ਦਿੱਤੀ ਹੋਈ ਜਿਵੇਂ x + 3 = 0 ਅਤੇ ਇੱਕ ਮੁੱਲ ਦਿੱਤਾ ਹੋਇਆ ਸਾਨੂੰ ਇੱਥੇ x ਦਾ x = 3 ਅਤੇ ਅਸੀਂ ਨੇ ਇੱਥੇ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਹਾਂ ਜਾਂ ਨਾ ਦੇ ਵਿੱਚ। ਮਤਲਬ ਇਹ ਜਿਹੜੀ ਸਮੀਕਰਨ ਇਹਨੂੰ ਸੰਤੁਸ਼ਟ ਕਰਦੀ ਹੈ ਜਾਂ ਨਹੀਂ। ਇਹ ਸੰਤੁਸ਼ਟ ਕਰਨ ਦਾ ਮਤਲਬ ਇਹ ਹੁੰਦਾ ਹੈਗਾ ਕਿ ਜੇਕਰ x ਦਾ ਮੁੱਲ 3 ਭਰਤਾ ਤਾਂ ਇਹ ਇਕੁਏਸ਼ਨ ਇਕੁਅਲ ਆਵੇ ਕਿ नहीं। देखो ਇੱਥੇ ਮੁੱਲ ਕਿੰਨਾ ਦਿੱਤਾ ਹੋਇਆ 3 3 + 3 = 0 तो नहीं होंदा, यही रहूँगा। इस करके इसका आंसर आएगा नहीं, संतुष्ट नहीं करती। ਅਤੇ ਸਾਡੇ ਕੋਲ जो सैकेंड सवाल है वो है सैकेंड सवाल है ਸਾਡੇ ਕੋਲ x + 3 = 0 x = 0। ਹੁਣ ਇੱਥੇ x ਦਾ ਮੁੱਲ 0 ਭਰ ਕੇ ਦੇਖੋ, 0 + 3 = 3 ਹੋਵੇਗਾ, ਪਰ ਇੱਥੇ 0 ਲਿਖਾ ਹੈ, ਇਸ ਕਰਕੇ ਇਹ ਸੰਤੁਸ਼ਟ ਨਹੀਂ ਕਰਦੀ, ਇਹਦੇ ਵਿੱਚ ਵੀ ਆंसर नहीं ਆਵੇਗਾ। ਇਸ ਤਰੀਕੇ ਨਾਲ ਤੁਹਾਨੂੰ ਇੱਕ ਅੱਧਾ ਹੋਰ ਸਵਾਲ ਕਰਾ ਦਿੰਦੇ, ਬਾਕੀ ਸੇਮ ਸਵਾਲ ਤੁਸੀਂ ਆਪ ਕਰ ਸਕਦੇ ਹੋ। जिमें 10वां सवाल है, इसे पार्ट का 10वां सवाल है m/3 = 2 m/3 = 2 तो m की वैल्यू जी इतने सानू 6 दी हुई है -6। हम असी -6 इतने भरांगे, -6 में जब असी 3 से भाग करांगे तो 2 नहीं आता, -2 आएगा, इस करके ये भी संतुष्ट नहीं करेगी। एक तुहानू करा दिंदे आ 11वां m/3 = 2 m = 6। ਹੁਣ ਇੱਥੇ 6 ਭਰੋ, 6 ਨੂੰ 3 ਤੇ ਡਿਵਾਈਡ ਕਰਾਂਗੇ ਤਾਂ 2 ਆਵੇਗਾ, ਇਹਦਾ ਮਤਲਬ ਇਹ ਸਹੀ ਹੈ, ਇਹਦਾ ਮਤਲਬ ਆਨਸਰ ਕੀ ਆਵੇਗਾ ਹਾਂ, ਇਹ ਸੰਤੁਸ਼ਟ ਕਰਦੀ ਹੈ। ਹੁਣ ਅਸੀਂ ਕਰਦੇ ਹਾਂ ਪਾਰਟ ਨੰਬਰ 2। ਜੋ ਬਾਕੀ ਸਵਾਲ ਨੇ ਬਹੁਤ ਸੌਖੇ ਨੇ, ਤੁਸੀਂ ਖੁਦ ਕਰ ਸਕਦੇ ਹੋ। ਫਿਰ ਵੀ ਜੇਕਰ ਤੁਹਾਨੂੰ ਕੋਈ ਦਿੱਕਤ ਆਈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਸੈਕੰਡ ਪਾਰਟ ਹੈ ਸਾਡੇ ਕੋਲ, ਜਾਂਚ ਕਰੋ ਕਿ ਬ੍ਰੈਕਟਾਂ ਵਿੱਚ ਦਿੱਤੇ ਮੁੱਲ ਦਿੱਤੀ ਗਈ ਸੰਗਤ ਸਮੀਕਰਨ ਦੇ ਹੱਲ ਹਨ ਜਾਂ ਨਹੀਂ। ਜਿਵੇਂ ਦੇਖੋ ਸਾਨੂੰ ਇਹ ਸਵਾਲ ਦਿੱਤਾ ਹੋਏਗਾ n + 5 = 19 n = 1। ਇਹ ਜੋ ਬ੍ਰੈਕਟਾਂ ਦੇ ਵਿੱਚ ਮੁੱਲ ਦਿੱਤੇ ਹੋਏ ਨੇ ਇਹ ਸੰਤੁਸ਼ਟ ਕਰਦੇ ਕਿ ਨਹੀਂ, ਇਹਨੂੰ ਇੱਥੇ ਪੜ੍ਹ ਕੇ ਦੇਖੋ 1 + 5 = 19, ਇਹ ਇਕੁਅਲ ਤਾਂ ਨਹੀਂ ਆਉਂਦਾ, ਇਸ ਕਰਕੇ ਇਹ ਸੰਤੁਸ਼ਟ ਨਹੀਂ ਕਰਦਾ। ਉਸ ਤੋਂ ਬਾਅਦ 20 ਸਵਾਲ ਹੈ ਸਾਡੇ ਕੋਲ 7n + 5 = 19। ਇੱਥੇ n ਦਾ ਮੁੱਲ ਸਾਨੂੰ ਕਿੰਨਾ ਦਿੱਤਾ ਹੋਇਆ n = 2, n ਦਾ ਮੁੱਲ ਇੱਥੇ ਸੌਰੀ -2 ਦਿੱਤਾ ਹੋਏਗਾ। ਹੁਣ ਇੱਥੇ -2 ਭਰੋ, 7 × -2 n ਦੀ ਥਾਂ ਤੇ ਭਰਿਆ +5 = 19 ਦਿੱਤਾ ਹੋਇਆ। ਹੁਣ ਅਸੀਂ ਦੇਖਣਾ ਵੀ ਇਹ 19 ਦੇ ਇਕੁਅਲ ਆਉਂਦਾ ਹੈਗਾ, ਇਹਨੂੰ ਗੁਣਾ ਕਰਕੇ -14 ਬਣ ਕੇ -14 + 5 = 19, ਇਹ ਇਕੁਅਲ ਲੈ ਕੇ ਚੱਲਦੇ ਹਾਂ ਅਸੀਂ। ਇੱਥੇ ਜਦ ਇਹਨੂੰ ਸੋਲਵ ਕਰਾਂਗੇ ਤਾਂ ਇਹ ਕਿੰਨਾ ਬਣੇਗਾ, 14 ਦੇ ਵਿੱਚੋਂ 5 ਚਲੇ ਗਏ ਤਾਂ -9 ਆਨਸਰ ਆਵੇਗਾ, जद कि यह 19 है, यह नॉट इक्वल टू आ गया, इस करके यदा आंसर की आ गया नहीं, यह संतुष्ट नहीं करती। उस तो बाद सी सवाल है, जोड़ा सी सवाल भी देख लो, नाल दी नाल उतार सकते हो, जेकर उतारने वीडियो रोक के उतार सकते हो, अदरवाइज बहुत समा लग जाता सानू, इस करके असीं जल्दी तो जल्दी रेस कर दें। 7n + 5 = 19। इत्थे n की वैल्यू जी सानू 2 दी हुई है, वो -2 दी हुई सी। इत्थे असीं मुੱਲ भरनेगा, n का मुੱਲ 2 भरनेगा, n की थां ते 2 भर दो +5, इनू सॉल्व करो, 7 दूनी 14, 14 ते 5 19, ਇਹਦਾ मतलब ये इक्वल आ गया, ਇਹਦਾ मतलब ये संतुष्ट करती है। हाँ ਦੇ ਵਿੱਚ आंसर आ गया, ਇਹਦਾ ਇਹ संतुष्ट करती है। ਤੇ अगला सवाल की है ਸਾਡੇ ਕੋਲ, डी सवाल है जो ਸਾਡੇ ਕੋਲ 4p - 3 = 13 गिवन है सानू, ਅਤੇ ਇੱਥੇ ਕੀ ਕਹਿ ਰਹੇ ਨੇ, ਇਹ p ਦਾ ਮੁੱਲ 1 ਹੈਗਾ। p ਦਾ ਮੁੱਲ 1 ਭਰ ਕੇ ਦੇਖੋ, ਇੱਥੇ 4 × 1 - 3 4 - 3 = 1 ਆ ਗਿਆ, जबकि ਸਾਨੂੰ ਦਿੱਤਾ ਹੋਇਆ ਕਿੰਨਾ ਸੀ 13, इस करके ਇਹ संतुष्ट नहीं करती, ਇਹਦਾ आंसर भी नहीं ਆਵੇਗਾ। इस तरीके नाल ने बहुत सौखे सवाल ने, ਤੁਸੀਂ खुद भी ट्राई करके देखो, नाल दी नाल वीडियो ने इत्थे रोक के ट्राई जरूर करिया करो। ई सवाल है साडे कोल 4p - 3 = 13 p = है -4, यह मुੱਲ ਦਿੱਤਾ ਹੁੰਦਾ ਹੈਗਾ ਸਾਨੂੰ। ਹੁਣ p ਦਾ ਮੁੱਲ ਕਿੰਨਾ ਦਿੱਤਾ ਹੋਇਆ 4, p ਥਾਂ ਤੇ ਕਿੰਨਾ ਪੁੱਟ ਕਰਾਂਗੇ ਅਸੀਂ 4 -3, ਇਹਨੂੰ ਗੁਣਾ ਕਰਾਂਗੇ ਕਿੰਨਾ ਆ ਗਿਆ -16 - 13 ਬਰਾਬਰ ਕਿੰਨਾ ਆ ਗਿਆ -19 आंसर आता है। ਇਹਦਾ मतलब यह संतुष्ट नहीं करती, ਇਹਦਾ आंसर नहीं है।
ਇਹ ਸਾਰੇ ਨਹੀਂ ਆ ਰਹੇ ਨੇ ਕਿਉਂਕਿ ਇਹ ਸੰਤੁਸ਼ਟ ਨਹੀਂ ਕਰਦੀ। ਇੱਕ F ਸਵਾਲ ਰਹਿ ਗਿਆ, ਇਹ ਵੀ ਕਰ ਹੀ ਲੈਂਦੇ ਆ। 4p ਘਟਾ 3 ਬਰਾਬਰ 13। p ਦਾ ਮੁੱਲ ਸਾਨੂੰ 0 ਦਿੱਤਾ ਹੋਏਗਾ। 4 ਗੁਣਾ 0 ਮਾਈਨਸ 3 ਬਰਾਬਰ 13। 13 ਦਿੱਤਾ ਹੋਏਗਾ। 13 ਇੱਥੇ ਨਾਲ ਲਿਖਿਆ ਕਰੋ, ਇੱਕ ਸਾਈਡ ਲੈ ਕੇ ਚੱਲ ਪਿਆ ਕਰੋ ਇਹਦੀ। ਇਹ ਜਦ ਅਸੀਂ ਸੋਲਵ ਕਰਾਂਗੇ 0 ਮਾਈਨਸ 3 ਬਰਾਬਰ ਮਾਈਨਸ 3, ਇੱਥੇ ਆਨਸਰ ਇਹਨਾਂ ਨੇ 13 ਦੇ ਲਿਖਿਆ ਸੀ, ਇਸ ਕਰਕੇ ਇਹ ਸੰਤੁਸ਼ਟ ਨਹੀਂ ਕਰਦੀ। ਹੁਣ ਅਸੀਂ ਕਰਦੇ ਹਾਂ ਪਾਰਟ ਨੰਬਰ 3। ਇਹ ਵੀਡੀਓ ਜਿਹੜੀ ਲੈਂਥੀ ਹੋ ਜਾਂਦੀ ਹੈ, ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਸਵਾਲ ਕਰਵਾਇਆ ਜਾਵੇ। ਥਰਡ ਪਾਰਟ ਹੈ ਸਾਡੇ ਕੋਲ 5p plus 2 equals to 17। ਇੱਥੇ ਅਸੀਂ ਨੇ ਕੀ ਕਰਨਾ ਹੈਗਾ, ਪੁੱਲ ਅਤੇ ਸੁਧਾਰ ਵਿਧੀ ਰਾਹੀਂ ਹੇਠ ਲਿਖੀ ਸਮੀਕਰਨ ਨੂੰ ਹੱਲ ਕਰਨਾ ਹੈ। ਸਮੀਕਰਨ ਨੂੰ ਹੱਲ ਕਰਨਾ ਮਤਲਬ p ਦਾ ਮੁੱਲ ਪਤਾ ਕਰਨਾ ਹੈ, ਇਹੀ ਮਤਲਬ ਹੁੰਦਾ ਹੈਗਾ ਸਮੀਕਰਨ ਹੱਲ ਕਰਨ ਦਾ। ਹੁਣ p ਦਾ ਮੁੱਲ ਪਤਾ ਕਿਵੇਂ ਕਰਾਂਗੇ, 5p ਬਰਾਬਰ ਇਹ ਇੱਧਰ ਜੋੜ ਦਾ 2 ਹੈਗਾ ਤੇ ਇੱਧਰ ਆ ਕੀ ਹੋ ਜਾਵੇਗਾ, ਘਟਾ 2। 5p ਬਰਾਬਰ 15। p ਦਾ ਮੁੱਲ ਕਿੰਨਾ ਜਾਵੇਗਾ, 15 ਭਾਗ 5। ਜੋ ਇੱਥੇ ਗੁਣਾ ਚ ਸੀ, ਇੱਥੇ ਆ ਕੇ ਭਾਗ ਚਲਾ ਜਾਵੇਗਾ, ਕਿੰਨਾ ਆ ਜਾਵੇਗਾ 3। p ਦਾ ਮੁੱਲ 3 ਆ ਜਾਵੇਗਾ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਇਸੇ ਪਾਰਟ ਦਾ ਸੈਕਿੰਡ ਸਮ। ਇਹ ਫਸਟ ਸੀ ਅਤੇ ਇਹ ਸੈਕਿੰਡ ਕਰਦੇ ਹਾਂ। 3m ਮਾਈਨਸ 14 ਬਰਾਬਰ 4। ਇਹਦੇ ਵਿੱਚ ਅਸੀਂ ਕੀ ਕਰਨਾ ਹੈ, m ਦੀ ਵੈਲਿਊ ਫਾਈਂਡ ਕਰਨੀ ਹੈ। ਇੱਥੇ ਦੇਖੋ 4 ਤਾਂ ਇਸ ਸਾਈਡ ਤੇ ਹੈ ਤੇ ਇਹ 14 ਸੀ ਤਾਂ ਇਸ ਸਾਈਡ ਤੇ ਸੀ, ਘਟਾ ਦਾ ਸੀ ਤਾਂ ਇੱਧਰ ਆ ਕੇ ਕੀ ਹੋਗਾ, ਜੁੜ ਗਿਆ। 3m ਇਹਨੂੰ ਇਕੁਅਲ ਇਸੇ ਤਰ੍ਹਾਂ ਸੇਮ ਰੱਖ ਲਓ, ਇਹਦਾ ਐਡ ਕਰਕੇ ਕਿੰਨਾ ਆ ਗਿਆ 18। m ਬਰਾਬਰ ਇੱਥੇ 3 ਮਲਟੀਪਲਾਈ ਦੇ ਵਿੱਚ ਇੱਧਰ ਆ ਕੇ ਡਿਵਾਈਡ ਦੇ ਵਿੱਚ ਲੱਗ ਜਾਵੇ, ਆਨਸਰ ਆ ਗਿਆ ਸਾਡਾ 6। m ਦਾ ਮੁੱਲ ਕਿੰਨਾ ਆ ਗਿਆ 6। ਇਸ ਤਰੀਕੇ ਨਾਲ ਸਾਡੀ ਇਹ ਸਮੀਕਰਨ ਹੱਲ ਹੋ ਗਈ ਹੈ। ਇਹਦੇ ਵਿੱਚ p ਦਾ ਮੁੱਲ ਸਾਡਾ 3 ਆਇਆ ਸੀ। ਇਹ ਬਹੁਤ ਸੌਖੇ ਸਵਾਲ ਨੇ, ਤੁਸੀਂ ਆਪ ਵੀ ਕਰ ਸਕਦੇ, ਇੱਕ ਵਾਰ ਜ਼ਰੂਰ ਟਰਾਈ ਕਰਿਓ। ਫਿਰ ਵੀ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਕਰਵਾ ਦੇਵਾਂਗੇ। ਜੋ ਫੋਰਥ ਪਾਰਟ ਕਥਨ ਸਮੀਕਰਨਾਂ ਦਾ ਰੂਪ ਦੇਵੋ, ਇਹ ਬਿਲਕੁਲ ਸੌਖਾ ਹੈਗਾ। ਇਹਦੇ ਵਿੱਚ ਅਸੀਂ ਦੇਖ ਲੈਂਦੇ ਹਾਂ ਕਥਨਾਂ ਨੂੰ ਸਮੀਕਰਨ ਦਾ ਰੂਪ ਦੇਣੇਗਾ। ਫੋਰਥ ਪਾਰਟ ਹੈਗਾ, ਸੰਖਿਆ x ਤੇ 4 ਦਾ ਜੋੜ 9 ਹੈ। ਸੰਖਿਆ x ਅਤੇ 4 ਦਾ ਜੋੜ ਕਿੰਨਾ, 9। ਇਸ ਤਰੀਕੇ ਨਾਲ ਸਮੀਕਰਨ ਬਣ ਗਈ। x ਜੋੜੀ ਆ, ਉਹਦੇ ਵਿੱਚ 4 ਜੋੜਤਾ, ਉਹ ਕਿੰਨਾ ਬਣ ਗਿਆ, 9 ਬਣਦਾ ਹੈ ਸਮੀਕਰਨ ਦੇ ਅਕੋਰਡਿੰਗ। ਤਾਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। ਬਹੁਤ ਸੌਖੇ ਸਵਾਲ ਨੇ। ਸੈਕਿੰਡ ਹੈ ਸਾਡੇ ਕੋਲ, ਬਾਏ ਵਿੱਚੋਂ 2 ਘਟਾਉਣ ਤੇ 8 ਪ੍ਰਾਪਤ ਹੁੰਦਾ ਹੈ। ਬਾਏ ਦੇ ਵਿੱਚੋਂ 2 ਘਟਾਉਣ ਦੀ ਯਾਨੀ ਕਿ -2 ਕਿੰਨਾ ਪ੍ਰਾਪਤ ਹੁੰਦਾ, 8। ਇਸ ਤਰੀਕੇ ਨਾਲ ਇਹਨੂੰ ਸਮੀਕਰਨ ਦੇ ਵਿੱਚ ਲਿਖਤਾ। ਬਹੁਤ ਸੌਖੇ ਸਵਾਲ ਨੇ, ਬਾਕੀ ਤੁਸੀਂ ਖੁਦ ਟਰਾਈ ਕਰਿਓ। ਫਿਰ ਵੀ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਉਸ ਤੋਂ ਬਾਅਦ ਅਸੀਂ ਫਿਫਥ ਪਾਰਟ ਕਰ ਲੈਂਦੇ ਹਾਂ। ਜੋ ਫੋਰਥ ਪਾਰਟ ਹੈ, ਸਾਰੇ ਨਾਲ ਦੇ ਸਵਾਲ ਨੇ, ਤੁਸੀਂ ਖੁਦ ਕਰ ਸਕਦੇ ਹੋ। ਹੇਠ ਲਿਖੀ ਸਮੀਕਰਨ ਨੂੰ ਸਧਾਰਨ ਕਥਨਾਂ ਦੇ ਰੂਪ ਵਿੱਚ ਲਿਖੋ। ਸਧਾਰਨ ਕਥਨਾਂ ਦੇ ਰੂਪ ਵਿੱਚ ਲਿਖਣਾ, ਜਿਵੇਂ p + 4 ਬਰਾਬਰ 15। ਇਹਦੇ ਵਿੱਚ ਅਸੀਂ ਨੇ ਕੀ ਕੀਤਾ ਸੀ, ਕਥਨ ਦਿੱਤੇ ਹੋਏ ਸੀ, ਸਮੀਕਰਨ ਬਣਾਈ ਸੀ। ਇਹਦੇ ਵਿੱਚ ਸਾਨੂੰ ਸਮੀਕਰਨ ਦਿੱਤੀ ਹੋਈ, ਅਸੀਂ ਨੇ ਕਥਨ ਬਣਾਉਣੇ। ਅਸੀਂ ਕੀ ਲਿਖਾਂਗੇ, ਸੰਖਿਆ p ਵਿੱਚ 4 ਜੋੜਨ ਤੇ 15 ਆਉਂਦਾ ਹੈ। ਇਸ ਤਰੀਕੇ ਨਾਲ ਲਿਖ ਸਕਦੇ ਹੋ। ਬਹੁਤ ਸੌਖੇ ਸਵਾਲ ਨੇ। ਅਤੇ ਇੱਕ ਸਵਾਲ ਹੋਰ ਕਰਾ ਦਿੰਦੇ ਇਸ ਪਾਰਟ ਦਾ ਤੁਹਾਨੂੰ। ਸੈਕਿੰਡ ਸਵਾਲ ਹੈ ਜਿਹੜਾ ਸਾਡੇ ਕੋਲ, m - 7 ਬਰਾਬਰ 3। ਤੁਸੀਂ ਕੀ ਲਿਖੋਗੇ, m ਵਿੱਚੋਂ 7 ਘਟਾ ਕੇ 3 ਆਉਂਦਾ ਹੈ। ਇਸ ਤਰੀਕੇ ਨਾਲ ਬਹੁਤ ਸੌਖੇ ਨੇ, ਇਹਨੂੰ ਕਥਨਾਂ ਦੇ ਵਿੱਚ ਲਿਖਣਾ ਹੈਗਾ। ਆਪਦੇ ਅਕੋਰਡਿੰਗ ਕਿਵੇਂ ਵੀ ਲਿਖ ਸਕਦੇ ਹੋ, ਬਸ ਤੁਹਾਨੂੰ ਇੱਕ ਵਾਰ ਸਵਾਲ ਸਮਝ ਆਉਣਾ ਜ਼ਰੂਰੀ ਹੈਗਾ। ਜੇਕਰ ਤੁਸੀਂ ਸਾਰੇ ਸਵਾਲ ਕਰਨੇ ਤਾਂ ਵੀ ਤੁਹਾਨੂੰ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਤੁਹਾਨੂੰ ਇੱਕ ਸਪੈਸ਼ਲ ਅਸੀਂ PDF ਮੁਹੱਈਆ ਕਰਵਾ ਦੇਵਾਂਗੇ। ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਵੇਗਾ, ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ ਤੁਸੀਂ। ਇਸ ਤਰੀਕੇ ਨਾਲ ਇਹ ਚੈਪਟਰ ਐਕਸਰਸਾਈਜ਼ ਤੁਹਾਡੀ ਕੰਪਲੀਟ ਹੋ ਜਾਵੇਗੀ। ਅਤੇ ਇੱਕ 6th ਪਾਰਟ ਰਹੇਗਾ ਸਾਡੇ ਕੋਲ, ਇਹ ਵੀ ਕਰ ਲੈਂਦੇ ਹਾਂ। ਹੇਠ ਲਿਖੀ ਸਥਿਤੀਆਂ ਵਿੱਚ ਸਮੀਕਰਨ ਬਣਾਓ। ਇਰਫਾਨ ਕਹਿੰਦਾ ਹੈ ਕਿ ਉਸ ਕੋਲ ਪਰਮੀਤ ਦੇ ਕੋਲ ਜਿੰਨੇ ਬੰਟੇ ਹਨ ਉਸ ਦਾ 5 ਗੁਣਾ ਨੇ। ਪਰਮੀਤ ਕੋਲ ਬੰਟੇ, ਅਸੀਂ ਕੀ ਲਿਖਾਂਗੇ, ਪਰਮੀਤ ਕੋਲ ਬੰਟੇ। ਪਰਮੀਤ ਕੋਲ ਕਿੰਨੇ ਨੇ, x ਬੰਟੇ। ਅਤੇ ਹੁਣ ਅਸੀਂ ਕੀ ਕਹਿ ਰਹੇ, ਇਰਫਾਨ ਕਹਿੰਦਾ ਹੈਗਾ, ਇਰਫਾਨ ਕੀ ਕਹਿੰਦਾ ਹੈਗਾ, ਇਰਫਾਨ ਕੋਲ ਬੰਟੇ। ਇਰਫਾਨ ਕੀ ਕਹਿੰਦਾ ਹੈ, ਕਹਿੰਦੇ ਪਰਮਜੀਤ ਕੋਲ ਜਿੰਨੇ ਬੰਟੇ ਨੇ ਉਹ ਤੋਂ 5 ਗੁਣਾ ਨੇ। ਇਹਦੇ ਕੋਲ x ਸੀ ਤਾਂ ਇਹਦੇ ਕੋਲ ਕਿੰਨੇ ਹੋ ਗਏ, 5x।
ਬਹੁਤ ਸੌਖੇ ਨੇ। ਉਹਨਾਂ ਦਾ 5 ਗੁਣਾ 7 ਹਨ, 5 ਗੁਣਾ ਤੋਂ 7 ਵੱਧ ਨੇ। ਹੁਣ ਦੇਖੋ 5 ਗੁਣਾ ਸੀ ਮਤਲਬ 5x ਹੋ ਗਿਆ, ਉਸ ਤੋਂ ਵੀ 7 ਜ਼ਿਆਦਾ ਨੇ ਮਤਲਬ 7 ਵਿੱਚ ਜੁੜ ਗਏ, ਇਕੁਏਸ਼ਨ ਬਣ ਗਈ। ਇਸ ਤਰੀਕੇ ਨਾਲ ਇਹ ਸਵਾਲ ਬਹੁਤ ਸੌਖੇ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ। ਸੈਕੰਡ ਸਵਾਲ ਵੀ ਕਰ ਲੈਣੇ ਅਸੀਂ ਇਸ ਦਾ। ਲక్ష్ਮੀ ਦੇ ਪਿਤਾ ਦੀ ਉਮਰ 49 ਸਾਲ ਹੈ। ਉਹਨਾਂ ਦੀ ਉਮਰ ਲੜਕੀ ਦੀ ਉਮਰ ਦਾ 3 ਗੁਣਾ ਤੋਂ 4 ਸਾਲ ਵੱਧ ਹੈ। ਲੜਕੀ ਦੀ ਉਮਰ ਦੀ 3 ਗੁਣਾ, ਪਹਿਲਾਂ ਲੜਕੀ ਦੀ ਉਮਰ ਮੰਨੋ। ਲੜਕੀ ਦੀ ਉਮਰ ਕਿੰਨੀ ਹੋਵੇਗੀ x। ਲక్ష్ਮੀ ਦੇ ਪਿਤਾ ਦੀ ਉਮਰ 49 ਸਾਲ ਹੈ। ਉਹਨਾਂ ਦੀ ਉਮਰ ਲੜਕੀ ਦੀ ਉਮਰ ਦਾ 3 ਗੁਣਾ ਤੋਂ 4 ਸਾਲ ਵੱਧ ਹੈ। x ਲੈ ਲਈ, ਲੜਕੀ ਦੀ ਉਮਰ ਅਸੀਂ ਨੇ ਕੀ ਲੈ ਲਈ x, ਅਤੇ ਪਿਤਾ ਦੀ ਉਮਰ 49 ਸਾਲ ਹੈ। 49 ਨੂੰ ਅਸੀਂ ਕੀ ਲਿਖ ਸਕਦੇ ਹਾਂ, ਉਸ ਤੋਂ 3 ਗੁਣਾ, ਯਾਨੀ ਕਿ 3x + 4, 3 ਗੁਣਾ ਦਾ ਵੀ 4 ਵੱਧ ਹੈ। ਇਸ ਕਰਕੇ ਸਾਡੇ ਕੋਲ ਇਹ ਇਕੁਏਸ਼ਨ ਬਣ ਜਾਵੇਗੀ 3x + 4 = 49। ਇਸ ਤਰੀਕੇ ਨਾਲ ਇਹ ਸਵਾਲ ਤੁਸੀਂ ਕਰ ਸਕਦੇ ਹੋ। ਫਿਰ ਵੀ ਜੇਕਰ ਤੁਹਾਨੂੰ ਕਿਸੇ ਸਵਾਲ ਦੇ ਵਿੱਚ ਦਿੱਕਤਾਂ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਧੰਨਵਾਦ ਜੀ।